ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ। ਅਸੀਂ ਡਿਸੋਲੂਸ਼ਨ ਆਫ ਏ ਪਾਰਟਨਰਸ਼ਿਪ ਫਰਮ ਦੇ ਵਿੱਚ ਅੱਜ ਡਿਸਕਸ ਕਰਾਂਗੇ ਟ੍ਰੀਟਮੈਂਟ ਆਫ WCR। ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ WCR ਕੀ ਹੁੰਦਾ ਹੈ, ਵਰਕਮੈਨ ਕੰਪਨਸੇਸ਼ਨ ਰਿਜ਼ਰਵ। ਐਟ ਦੀ ਟਾਈਮ ਆਫ ਡਿਸੋਲੂਸ਼ਨ ਦਿਸ ਰਿਜ਼ਰਵ ਇਜ਼ ਟ੍ਰੀਟਡ ਐਜ਼ ਫੋਲੋਜ਼। ਜੇਕਰ ਸਾਨੂੰ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ 'ਤੇ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦਿੱਤਾ ਹੋਇਆ ਹੈ ਤਾਂ ਅਸੀਂ ਉਸ ਦਾ ਕੀ ਟ੍ਰੀਟਮੈਂਟ ਕਰਨਾ ਹੈ। ਪਿਆਰੇ ਵਿਦਿਆਰਥੀਓ, ਜੇਕਰ ਇਨ ਕੇਸ ਦੇਰ ਇਜ਼ ਨੋ ਲਾਇਬਿਲਿਟੀ ਅਗੇਂਸਟ WCR, ਜੇਕਰ WCR ਦੇ ਅਗੇਂਸਟ ਕਿਸੇ ਤਰ੍ਹਾਂ ਦੀ ਕੋਈ ਲਾਇਬਿਲਿਟੀ ਨਹੀਂ ਹੈਗੀ, ਇਨ ਸੱਚ ਏ ਕੇਸ the entire amount of WCR is credited to capital account of partners in their profit sharing ratio। ਅਸੀਂ ਇੱਕ ਸਲੋਗਨ ਬੜੀ ਦੇਰ ਤੋਂ ਪਿਛਲੇ ਚੈਪਟਰ ਤੋਂ ਵੀ ਰਟਦੇ ਆਏ ਹਾਂ, ਪੜ੍ਹਦੇ ਆਏ ਹਾਂ, ਔਰ ਇੱਕ ਅਸੀਂ ਸਲੋਗਨ ਯਾਦ ਰੱਖਿਆ ਹੈ, ਓਲਡ ਪਾਰਟਨਰ ਓਲਡ ਰੇਸ਼ੋ ਦੇ ਵਿੱਚ ਅਸੀਂ ਉਸ ਨੂੰ ਵੰਡ ਦਾਂਗੇ। ਮੰਨ ਲਓ ਸਾਡੇ ਕੋਲ WCR 20,000 ਰੁਪਏ ਦਾ ਦਿੱਤਾ ਹੋਇਆ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਕਲੇਮ ਕ੍ਰੀਏਟ ਨਹੀਂ ਹੋਇਆ ਤਾਂ ਸਟੂਡੈਂਟਸ ਅਸੀਂ 20 ਦੇ 20,000 ਨੂੰ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਵੰਡ ਦਾਂਗੇ। ਜੇ ਦੋ ਪਾਰਟਨਰਸ ਨੇ, ਰੇਸ਼ੋ ਬਰਾਬਰ ਹੈ ਤਾਂ ਬਰਾਬਰ ਵੰਡਿਆ ਜਾਏਗਾ। ਐਜ਼ ਦੀ ਕੇਸ ਮੇ ਬੀ, ਤਾਂ ਵੀ ਵਿਲ ਪਾਸ ਦੀ ਜਰਨਲ ਐਂਟਰੀ WCR ਅਕਾਊਂਟ ਡੈਬਿਟ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਅਕਾਊਂਟ ਡੈਬਿਟ ਟੂ ਪਾਰਟਨਰਸ ਕੈਪੀਟਲ ਅਕਾਊਂਟ। ਕਿਹੜੇ ਕੇਸ ਵਿੱਚ? ਜਿਹੜੇ ਕੇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੇਮ ਨਹੀਂ ਹੈ। ਨੰਬਰ 2, ਇਨ ਕੇਸ ਦੀ ਅਮਾਊਂਟ ਆਫ ਲਾਇਬਿਲਿਟੀ ਲੈਸ ਦੈਨ ਦੀ ਅਮਾਊਂਟ ਆਫ WCR। ਜੇਕਰ ਸਾਡੇ ਕੋਲ ਕੀ ਕੇਸ ਆ ਗਿਆ ਕਿ ਸਾਡੇ ਕੋਲ ਸਪੋਜ਼ WCR 20,000 ਰੁਪਏ ਹੈ ਔਰ ਲਾਇਬਿਲਿਟੀ ਕ੍ਰੀਏਟ ਹੋ ਗਈ ਉਹਦੇ ਵਿੱਚੋਂ 8,000 ਦੀ, ਤਾਂ ਬਾਕੀ ਸਾਡੇ ਕੋਲ ਰਹਿ ਗਿਆ 20,000 ਦੇ ਵਿੱਚੋਂ 8,000 ਮਾਈਨਸ ਕਰਾਂਗੇ 12,000, ਤਾਂ 12,000 ਨੂੰ ਅਸੀਂ ਪਹਿਲਾਂ ਦੀ ਤਰ੍ਹਾਂ ਓਲਡ ਪਾਰਟਨਰ ਓਲਡ ਰੇਸ਼ੋ ਵਿੱਚ ਵੰਡ ਦਾਂਗੇ ਜੀ। ਅਮਾਊਂਟ ਇਕੁਅਲ ਟੂ ਲਾਇਬਿਲਿਟੀ ਇਜ਼ ਕ੍ਰੈਡਿਟਡ ਟੂ ਰਿਅਲਾਈਜੇਸ਼ਨ ਅਕਾਊਂਟ ਐਂਡ ਰਿਮੇਨਿੰਗ ਅਮਾਊਂਟ ਇਜ਼ ਕ੍ਰੈਡਿਟਡ ਟੂ ਪਾਰਟਨਰਸ ਕੈਪੀਟਲ ਅਕਾਊਂਟ ਇਨ ਦੇਅਰ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਐਂਡ ਵੀ ਵਿਲ ਪਾਸ ਦੀ ਜਰਨਲ ਐਂਟਰੀ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਅਕਾਊਂਟ ਡੈਬਿਟ 20,000 ਟੂ ਰਿਅਲਾਈਜੇਸ਼ਨ ਅਕਾਊਂਟ 8,000 ਟੂ ਪਾਰਟਨਰਸ ਕੈਪੀਟਲ ਅਕਾਊਂਟ 12,000। ਤਾਂ ਸਟੂਡੈਂਟਸ, ਇਹ ਸਾਡੇ ਕੋਲ ਕੇਸ ਨੰਬਰ 2 ਸੀ ਕਿ ਜਦੋਂ ਸਾਡੇ ਕੋਲ ਕੀ ਹੋਏ WCR ਤੋਂ ਲਾਇਬਿਲਿਟੀ ਘੱਟ ਹੋਏ ਤਾਂ ਅਸੀਂ ਇਹ ਵਾਲੀ ਜਰਨਲ ਐਂਟਰੀ ਪਾਸ ਕਰਾਂਗੇ। ਨੰਬਰ 3 ਵਿੱਚ ਹੈ ਸਟੂਡੈਂਟਸ, ਇਨ ਕੇਸ ਦੀ ਅਮਾਊਂਟ ਆਫ ਲਾਇਬਿਲਿਟੀ ਇਜ਼ ਇਕੁਅਲ ਟੂ ਦੀ ਅਮਾਊਂਟ ਆਫ WCR, ਯਾਨੀ ਕਿ ਜਿੰਨਾ ਹੀ ਸਾਡੇ ਕੋਲ WCR ਹੈ, ਸਪੋਜ਼ ਅਸੀਂ ਇੱਕੋ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਕਿ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਸਾਡੇ ਕੋਲ 20,000 ਹੈ ਔਰ 20,000 ਦੀ ਹੀ ਲਾਇਬਿਲਿਟੀ ਕ੍ਰੀਏਟ ਹੋ ਗਈ, ਤਾਂ ਅਸੀਂ ਸਾਰੇ ਦਾ ਸਾਰਾ ਕਿਹਦੇ ਵਿੱਚ ਪਾ ਦਾਂਗੇ? ਰਿਅਲਾਈਜੇਸ਼ਨ ਅਕਾਊਂਟ ਵਿੱਚ। ਸਟੂਡੈਂਟਸ, ਇੱਥੇ ਹੁਣ ਅਸੀਂ ਰਿਅਲਾਈਜੇਸ਼ਨ ਅਕਾਊਂਟ ਵਰਡ ਯੂਜ਼ ਕਰ ਰਹੇ ਹਾਂ, ਰਿਵੈਲਿਊਏਸ਼ਨ ਅਕਾਊਂਟ ਯੂਜ਼ ਨਹੀਂ ਕਰ ਰਹੇ, ਬਿਕੋਜ਼ ਵੀ ਆਰ ਗੋਇੰਗ ਟੂ ਡਿਜ਼ੋਲਵ ਦੀ ਫਰਮ। ਅਸੀਂ ਫਰਮ ਨੂੰ ਬੰਦ ਕਰਨ ਜਾ ਰਹੇ ਹਾਂ, ਫਰਮ ਨੂੰ ਕਲੋਜ਼ ਕਰਨ ਜਾ ਰਹੇ ਹਾਂ। ਇਸ ਵਾਸਤੇ ਸਾਰੀ ਦੀ ਸਾਰੀ ਅਮਾਊਂਟ ਨੂੰ ਹੀ WCR ਦੇ ਵਿੱਚ ਸ਼ਿਫਟ ਕਰ ਦਾਂਗੇ, ਟ੍ਰਾਂਸਫਰ ਕਰ ਦਾਂਗੇ। ਕੇਸ ਨੰਬਰ 4, ਇਨ ਕੇਸ ਦੀ ਅਮਾਊਂਟ ਆਫ ਲਾਇਬਿਲਿਟੀ ਇਜ਼ ਮੋਰ ਦੈਨ ਦੀ ਅਮਾਊਂਟ ਆਫ WCR। ਜਿਹੜੀ ਲਾਇਬਿਲਿਟੀ ਕ੍ਰੀਏਟ ਹੋਈ ਉਹ WCR ਨਾਲੋਂ ਜ਼ਿਆਦਾ ਹੈ ਤਾਂ ਦਾ ਇੰਟਾਇਰ ਅਮਾਊਂਟ ਆਫ WCR ਇਜ਼ ਟ੍ਰਾਂਸਫਰ ਟੂ ਰਿਅਲਾਈਜੇਸ਼ਨ ਅਕਾਊਂਟ। ਪਿਆਰੇ ਵਿਦਿਆਰਥੀਓ, ਅਸੀਂ ਇਹਦੇ ਐਗਜ਼ਾਮਪਲ ਕੋਡ ਕਰਦੇ ਹਾਂ। ਸਪੋਜ਼ ਸਾਡੇ ਕੋਲ WCR ਹੈ 20,000 ਔਰ ਸਾਡੀ ਲਾਇਬਿਲਿਟੀ ਉਸ ਨਾਲੋਂ ਜ਼ਿਆਦਾ 25,000 ਕ੍ਰੀਏਟ ਹੋ ਗਈ, ਸਾਨੂੰ 25,000 ਦਾ ਕਲੇਮ ਦੇਣਾ ਪੈ ਗਿਆ, ਤਾਂ ਅਸੀਂ ਕੀ ਕਰਾਂਗੇ ਜੀ? ਸਾਰੀ ਦੀ ਸਾਰੀ ਅਮਾਊਂਟ ਨੂੰ WCR ਦੇ ਵਿੱਚ ਕੀ ਕਰ ਦਾਂਗੇ? ਟ੍ਰਾਂਸਫਰ ਕਰ ਦਾਂਗੇ। ਅਤੇ ਅਸੀਂ ਲਿਖਾਂਗੇ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਅਕਾਊਂਟ ਡੈਬਿਟ 20,000 ਔਰ ਟੂ ਰਿਅਲਾਈਜੇਸ਼ਨ ਅਕਾਊਂਟ 20,000, ਅਤੇ ਬਾਅਦ ਵਿੱਚ ਅਸੀਂ ਜਿੰਨਾ ਕਲੇਮ ਹੈ ਇਸ ਦੀ 25,000 ਦੀ ਪੇਮੈਂਟ ਕਰ ਦਾਂਗੇ। ਤਾਂ ਉਸ ਦੀ ਪੇਮੈਂਟ ਕਰਨ ਦੀ ਐਂਟਰੀ ਕੀ ਕਰਾਂਗੇ? ਰਿਅਲਾਈਜੇਸ਼ਨ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ 25,000। ਉਹ ਜਦੋਂ ਅਸੀਂ ਰਿਅਲਾਈਜੇਸ਼ਨ ਅਕਾਊਂਟ ਬਣਾਵਾਂਗੇ ਉਦੋਂ ਅਸੀਂ ਇਹਨੂੰ ਬੜੀ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼
ਕਰਾਂਗੇ। ਇਹ ਸਾਡੇ ਕੋਲ 4 ਕੇਸ ਸੀਗੇ ਕਿੰਦਾ ਟ੍ਰੀਟਮੈਂਟ ਕਰਨ ਲਈ, ਟ੍ਰੀਟਮੈਂਟ ਆਫ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦਾ ਜੀ। ਇਸ ਤੋਂ ਅੱਗੇ ਕੁਝ ਕੁ ਨੇ ਸਾਡੇ ਕੋਲ ਜਨਰਲ ਐਂਟਰੀਜ਼ ਰਿਗਾਰਡਿੰਗ ਰਿਅਲਾਈਜੇਸ਼ਨ ਐਕਸਪੈਂਸਿਸ। ਹੁਣ ਅਸੀਂ ਫਰਮ ਨੂੰ ਕਲੋਜ਼ ਕਰਨ ਜਾ ਰਹੇ ਹਾਂ, ਸਾਰੇ ਐਸਟਸ ਨੂੰ ਸੇਲ ਕਰਨਾ ਹੈ ਔਰ ਜਿੰਨੀਆਂ ਲਾਇਬਿਲਿਟੀਜ਼ ਨੇ ਉਹਨਾਂ ਨੂੰ ਪੇ ਕਰਨਾ ਹੈ। ਜਦੋਂ ਅਸੀਂ ਫਰਮ ਨੂੰ ਬੰਦ ਕਰਦੇ ਹਾਂ, ਕਲੋਜ਼ ਕਰਦੇ ਹਾਂ, ਡਿਜ਼ੋਲਵ ਕਰਦੇ ਹਾਂ ਤੇ ਉਹਦੇ ਲਈ ਕੁਝ ਸਾਡਾ ਖਰਚਾ ਆਉਂਦਾ ਹੈ। ਜਿਹੜਾ ਖਰਚਾ ਆਉਂਦਾ ਹੈ ਉਸ ਨੂੰ ਅਸੀਂ ਰਿਅਲਾਈਜੇਸ਼ਨ ਐਕਸਪੈਂਸਿਸ ਦੇ ਨਾਮ ਨਾਲ ਜਾਣਦੇ ਹਾਂ। ਜੇਕਰ ਫਰਮ ਰਿਅਲਾਈਜੇਸ਼ਨ ਐਕਸਪੈਂਸਿਸ ਪੇ ਕਰੇ ਪਹਿਲੀ ਜਨਰਲ ਐਂਟਰੀ ਦੇ ਵਿੱਚ ਰਿਅਲਾਈਜੇਸ਼ਨ ਐਕਸਪੈਂਸਿਸ ₹10,000 ਤਾਂ ਵੀ ਵਿਲ ਪਾਸ ਦੀ ਜਨਰਲ ਐਂਟਰੀ realization account debit to cash ਜਾਂ to bank account ₹10,000 each. Number 2, realization expenses ₹10,000 paid by partner ਰਾਮ। ਸਾਡਾ ਫਰਮ ਦੇ ਵਿੱਚ ਰਾਮ ਇੱਕ ਪਾਰਟਨਰ ਹੈ ਤੇ ਜੇ ਰਿਅਲਾਈਜੇਸ਼ਨ ਐਕਸਪੈਂਸਿਸ ਰਾਮ ਦੁਆਰਾ ਪੇ ਕੀਤੇ ਜਾਣ ਤਾਂ ਡੀਅਰ ਸਟੂਡੈਂਟਸ ਰਿਅਲਾਈਜੇਸ਼ਨ ਅਕਾਊਂਟ ਨੂੰ ਤਾਂ ਡੈਬਿਟ ਕਰਨਾ ਹੀ ਗਈ ਤੇ 2 ਕੀ ਲਿਖ ਦਾਂਗੇ, ਰਾਮਸ ਕੈਪੀਟਲ ਅਕਾਊਂਟ 10,000। ਰਾਮ ਦੀ ਕੈਪੀਟਲ ਨੂੰ 2 ਕ੍ਰੈਡਿਟ ਕਿਉਂ ਕੀਤਾ, ਕਿਉਂਕਿ ਇਹ ਵਾਲੇ ਜਿਹੜੇ ਪੇਮੈਂਟ ਹੈ, ਜਿਹੜੇ ਖਰਚੇ ਨੇ ਕਿਹਦੇ ਦੁਆਰਾ ਦਿੱਤੇ ਜਾ ਰਹੇ ਨੇ, ਰਾਮ ਦੁਆਰਾ ਦਿੱਤੇ ਜਾ ਰਹੇ ਨੇ। ਪਹਿਲੀ ਐਂਟਰੀ ਵਿੱਚ ਫਰਮ ਦੁਆਰਾ ਦਿੱਤੇ ਜਾ ਰਹੇ ਸੀ, ਜੇ ਫਰਮ ਦੁਆਰਾ ਦਿੱਤੇ ਜਾ ਰਹੇ ਹੋਣ ਤਾਂ 2 ਕੈਸ਼ ਜਾਂ ਬੈਂਕ ਲਿਖਾਂਗੇ, ਜੇ ਕੋਈ ਪਾਰਟਨਰ ਦੇਗਾ ਤਾਂ 2 ਰਾਮਸ ਕੈਪੀਟਲ ਲਿਖਿਆ ਜਾਏਗਾ। ਨੰਬਰ 3, ਰਿਅਲਾਈਜੇਸ਼ਨ ਐਕਸਪੈਂਸਿਸ ₹10,000 ਪੇਡ ਬਾਈ ਦੀ ਫਰਮ ਔਨ ਬਿਹਾਫ ਆਫ ਦੀ ਪਾਰਟਨਰਸ ਰਾਮ। ਦੇਖੋ ਜੀ, ਇਹ ਹੁਣ ਤੀਜੇ ਨੰਬਰ ਕੇਸ ਵਿੱਚ ਰਾਮ ਨੇ ਪੇ ਕਰਨੇ ਸੀ ਰਿਅਲਾਈਜੇਸ਼ਨ ਐਕਸਪੈਂਸਿਸ। ਰਾਮ ਦੇ ਬਿਹਾਫ 'ਤੇ ਪੇਮੈਂਟ ਕੌਣ ਦੇ ਰਿਹਾ ਹੈ, ਫਰਮ ਦੁਆਰਾ ਪੇਮੈਂਟ ਦਿੱਤੀ ਜਾ ਰਹੀ ਤੇ ਅਸੀਂ ਰਾਮ ਦੀ ਕੈਪੀਟਲ ਨੂੰ ਡੈਬਿਟ ਕਰ ਦਾਂਗੇ। ਵੀ ਵਿਲ ਰਾਈਟ ਦੀ ਜਨਰਲ ਐਂਟਰੀ ਰਾਮਸ ਕੈਪੀਟਲ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ। ਇਹ ਸੀ ਸਾਡੇ ਕੋਲ ਇੱਕ ਜਨਰਲ ਐਂਟਰੀ 1 2 3। ਇਸ ਤੋਂ ਅੱਗੇ ਹੈ ਜੀ ਜਨਰਲ ਐਂਟਰੀ ਨੰਬਰ 4, realization expenses ₹10,000 ਨੇ paid by the firm ₹4,000 were to be borne by the firm and balanced by Ram's partner। ਹੁਣ 10,000 ਸਾਰੇ ਦਾ ਸਾਰਾ ਪੇ ਕੀਤਾ ਫਰਮ ਨੇ, ਜਿਹਦੇ ਵਿੱਚੋਂ 4,000 ਫਰਮ ਨੇ ਦੇਣਾ ਸੀ ਔਰ ਬਾਕੀ ਦਾ ਰਹਿ ਗਿਆ 6,000। 6,000 ਕਿੰਨੇ ਦੇਣਾ ਸੀ ਜੀ, ਰਾਮ ਨੇ ਪੇ ਕਰਨਾ ਸੀ। ਰਾਮ ਕੌਣ ਹੈ, ਹੀ ਇਜ਼ ਦੀ ਪਾਰਟਨਰ ਆਫ ਦੀ ਫਰਮ। ਤਾਂ ਜਿੰਨੇ ਫਰਮ ਨੇ ਦੇਣੇ ਸੀ ਲਿਖਾਂਗੇ ਰਿਅਲਾਈਜੇਸ਼ਨ ਅਕਾਊਂਟ ਡੈਬਿਟ 4,000, ਜਿੰਨੇ ਪਾਰਟਨਰ ਰਾਮ ਨੇ ਦੇਣੇ ਸੀ ਲਿਖਾਂਗੇ ਰਾਮਸ ਕੈਪੀਟਲ ਅਕਾਊਂਟ ਡੈਬਿਟ 6,000 ਤੇ ਸਾਰੇ ਦਿੱਤੇ ਕਿੰਨੇ ਨੇ, ਫਰਮ ਨੇ, ਤੇ ਲਿਖ ਦਾਂਗੇ ਟੂ ਬੈਂਕ ਅਕਾਊਂਟ 10,000। ਗੋਟ ਇਟ। ਨੰਬਰ 5 ਬੜੀ ਇੰਟਰਸਟਿੰਗ, ਬੜੀ ਵਧੀਆ ਐਂਟਰੀ, ਸਮਝਣ ਦੀ ਕੋਸ਼ਿਸ਼ ਕਰੋ। ਰਾਮ ਏ ਪਾਰਟਨਰ paid realization expenses of ₹10,000 and these were to be borne by him। ਉਹਨੇ ਹੀ ਬੋਰਨ ਕਰਨੇ ਸੀ, ਉਹਨੇ ਹੀ ਦੇਣੇ ਸੀ ਔਰ ਉਹਨੇ ਹੀ ਪੇ ਕਰ ਦਿੱਤੇ। ਜਦੋਂ ਕਿਸੇ ਪਾਰਟਨਰ ਨੇ ਹੀ ਦੇਣੇ ਹੋਣ ਤੇ ਪਾਰਟਨਰ ਹੀ ਦੇ ਦੇਵੇ ਤਾਂ ਹਮੇਸ਼ਾ ਵਾਸਤੇ ਕੋਈ ਐਂਟਰੀ ਨਹੀਂ ਹੁੰਦੀ, देयर विल बी नो एंट्री। ਮਾਈ ਡੀਅਰ ਸਟੂਡੈਂਟਸ, ਮੈਂ ਉਮੀਦ ਕਰਦਾ ਕਿ ਤੁਸੀਂ WCR ਦਾ ਟਰੀਟਮੈਂਟ ਅਤੇ ਕੁਝ ਕੁ ਰਿਅਲਾਈਜੇਸ਼ਨ ਐਕਸਪੈਂਸਿਸ ਬਾਰੇ ਜਨਰਲ ਐਂਟਰੀਜ਼ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਿਆ ਹੋਣਾ ਹੈ। ਇੱਕ ਵਾਰ ਫਿਰ ਦੁਬਾਰਾ ਹੋਰ ਨਵਾਂ ਲੈਕਚਰ ਲੈ ਕੇ ਡਿਸੋਲਿਊਸ਼ਨ ਆਫ ਪਾਰਟਨਰਸ਼ਿਪ ਫਰਮ ਨਾਲ ਰਿਲੇਟਿਡ ਫਿਰ ਦੁਬਾਰਾ ਮਿਲਾਂਗੇ। ਥੈਂਕਸ ਫॉर वाचिंग दिस वीडियो। जय हिंद।